परम सत्कारयोग ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਹੁਤ ਹੀ ਅਹਿਮ ਵਿਸ਼ੇ 'ਤੇ ਗੱਲਬਾਤ ਕਰਾਂਗਾ, ਜਿਸ ਦਾ ਨਾਮ ਹੈ ਬੇਗਮਪੁਰਾ, ਸੱਚਖੰਡ ਅਤੇ ਪ੍ਰਬੁੱਧ ਭਾਰਤ। ਕੀ ਇਹ ਤਿੰਨੋਂ ਇੱਕੋ ਹੀ ਹਨ ਜਾਂ ਇਹਨਾਂ ਵਿੱਚ ਕੁਝ ਅੰਤਰ ਹੈ ਅਤੇ ਇਹ ਕਿਵੇਂ ਬਣਾਇਆ ਜਾਵੇਗਾ? ਕੀ ਇਹ ਮਰਨ ਤੋਂ ਬਾਅਦ ਬਣਾਉਣਾ ਹੈ ਜਾਂ ਬੇਗਮਪੁਰੇ ਵਿੱਚ, ਸੱਚਖੰਡ ਦੇ ਵਿੱਚ, ਪ੍ਰਬੁੱਧ ਭਾਰਤ ਦੇ ਵਿੱਚ ਸਰੀਰਕ ਤੌਰ 'ਤੇ ਮਰਨ ਤੋਂ ਬਾਅਦ ਨਿਵਾਸ ਕਰਨਾ ਹੈ ਜਾਂ ਜਿਉਂਦੇ ਜੀ? ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਆਪਣੇ ਰਹਿਬਰਾਂ ਨੂੰ, ਆਪਣੇ ਸਤਿਗੁਰਾਂ ਨੂੰ, ਆਪਣੇ ਮਹਾਂਪੁਰਖਾਂ ਨੂੰ ਹੋਈਏ ਨਤਮਸਤਕ। ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਜਦੋਂ ਅਸੀਂ ਆਪਣੇ ਸਤਿਗੁਰਾਂ ਦੇ ਸੰਘਰਸ਼ ਨੂੰ, ਸਤਿਗੁਰਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਅਸੀਂ ਆਪਣੇ ਰਹਿਬਰਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਤਾਂ ਉਹਨਾਂ ਨੇ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਆਜ਼ਾਦ ਕਰਵਾਇਆ। ਜਿਹੜੇ ਅਸੀਂ ਸਦੀਆਂ ਤੋਂ ਇਸ ਮਨੂਵਾਦੀ ਵਿਵਸਥਾ ਦੇ ਗੁਲਾਮ ਬਣੇ ਹੋਏ ਸੀ, ਉਹਨਾਂ ਨੇ ਜ਼ਬਰਦਸਤੀ ਸਾਡੇ ਹੱਥਾਂ ਨੂੰ ਗੁਲਾਮੀ ਦੀਆਂ ਹੱਥਕੜੀਆਂ, ਪੈਰਾਂ ਨੂੰ ਛੂਆ-ਛਾਤ ਭੇਦਭਾਵ ਦੀਆਂ ਜੰਜੀਰਾਂ ਪਾ ਕੇ ਬੰਨ੍ਹਿਆ ਹੋਇਆ ਸੀ। ਜਾਨਵਰਾਂ ਤੋਂ ਭੈੜੀ ਹਾਲਤ ਕੀਤੀ ਹੋਈ ਸੀ ਸਾਡੀ। ਜਾਨਵਰ ਇੱਕ ਧਰਤੀ 'ਤੇ ਬੈਠ ਸਕਦਾ ਸੀ, ਉੱਠ ਸਕਦਾ ਸੀ, ਸਾਫ਼ ਪਾਣੀ ਪੀ ਸਕਦਾ ਸੀ। ਸਾਡਾ ਹਾਲ ਜਾਨਵਰਾਂ ਤੋਂ ਵੀ ਭੈੜਾ ਸੀ। ਜੇਕਰ ਸਾਨੂੰ ਆਜ਼ਾਦ ਕਰਵਾਇਆ ਤਾਂ ਸਾਡੇ ਪੁਰਖਿਆਂ ਨੇ, ਸਾਡੇ ਮਹਾਂਪੁਰਖਾਂ ਨੇ, ਸਾਡੇ ਸਤਿਗੁਰਾਂ ਨੇ। ਉਹਨਾਂ ਨੇ ਆਜ਼ਾਦ ਕਰਾਉਣ ਲਈ ਇੱਕ ਅੰਦੋਲਨ ਚਲਾਇਆ, ਕ੍ਰਾਂਤੀ ਕੀਤੀ ਆਪਣੇ ਜੀਵਨ ਦੇ ਵਿੱਚ, ਅਤੇ ਇੱਕ ਸੰਘਰਸ਼ ਚਲਾ ਕੇ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਇਹ ਜਿਹੜਾ ਸੰਘਰਸ਼ ਹੈ ਇਹ ਰੁਕਣਾ ਨਹੀਂ ਚਾਹੀਦਾ, ਇਹ ਸੰਘਰਸ਼ ਅੱਗੇ ਵਧਣਾ ਚਾਹੀਦਾ। ਜਿਹੜੇ ਲੋਕ ਆਜ਼ਾਦ ਹੋ ਗਏ ਸਰੀਰਕ ਔਰ ਮਾਨਸਿਕ ਤੌਰ 'ਤੇ, ਉਹਨਾਂ ਦਾ ਫਰਜ਼ ਬਣਦਾ ਕਿ ਹੋਰ ਲੋਕਾਂ ਨੂੰ ਵੀ ਆਜ਼ਾਦ ਕਰਵਾਇਆ ਜਾਵੇ। ਫਿਰ ਉਸ ਮਿਸ਼ਨ ਨੂੰ ਸਤਿਗੁਰਾਂ ਨੇ ਇੱਕ ਨਾਮ ਦਿੱਤਾ, ਜਿਸ ਦਾ ਨਾਮ ਹੈ ਬੇਗਮਪੁਰਾ। ਬੇਗਮਪੁਰਾ ਇੱਕ ਐਸੀ ਅਵਸਥਾ ਹੈ ਜਿਹੜੀ ਮਨੁੱਖ ਤੋਂ ਸ਼ੁਰੂ ਹੁੰਦੀ ਹੈ, ਜਿਹੜੀ ਮੇਰੀ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਮੈਂ ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਬੇਗਮਪੁਰਾ ਬਣਾਉਣਾ, ਆਪਣੇ ਪਰਿਵਾਰ ਨੂੰ ਬਣਾਉਣਾ, ਆਪਣੇ ਆਸ ਗੁਆਂਢ ਨੂੰ ਬਣਾਉਣਾ, ਆਪਣੇ ਪਿੰਡ ਸ਼ਹਿਰ ਨੂੰ ਬਣਾਉਣਾ, ਫਿਰ ਮੈਂ ਆਪਣੇ ਪੂਰੇ ਦੇਸ਼ ਅਤੇ ਪੂਰੀ ਦੁਨੀਆ ਨੂੰ ਬਣਾ ਸਕਦਾ। ਬੇਗਮਪੁਰੇ ਦੀ ਗੱਲ ਕੀਤੀ ਆ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ। ਆਪ ਜੀ ਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ, ਸ਼੍ਰੀ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਕੋਲ ਪਹੁੰਚਦੇ ਨੇ ਔਰ ਜਗਤ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਗਤ ਪਿਤਾ ਸ਼੍ਰੀ ਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ, ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਇਕੱਤਰ ਕਰਦੇ ਨੇ, ਵਿਚਾਰਾਂ ਗੋਸ਼ਟੀਆਂ ਕਰਦੇ ਨੇ। ਉਸ ਤੋਂ ਬਾਅਦ ਆਪ ਜੀ ਨੂੰ ਪਤਾ ਕਿ ਪ੍ਰਚਾਰ ਫੇਰੀਆਂ ਦੌਰਾਨ ਆਪ ਜੀ ਨੇ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਬਾਣੀ ਪਹੁੰਚਾਈ, ਦੂਸਰੇ, ਤੀਸਰੇ, ਚੌਥੇ ਗੁਰੂ ਸਾਹਿਬਾਨਾਂ ਦੇ ਦੁਆਰਾ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀ ਦਰਜ ਕੀਤੀ। ਪੋਥੀ ਪਰਮੇਸ਼ਰ ਕਾ ਥਾਨ ਇੱਕ ਗ੍ਰੰਥ ਬਣਾ ਕੇ, ਜਿਸ ਨੂੰ ਆਦਿਬੀੜ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਹਾਂ, ਸਿਰ ਝੁਕਾਉਂਦੇ ਹਾਂ। ਉਹਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵੀ ਬਾਣੀ ਦਰਜ ਹੈ, 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਬੇਗਮਪੁਰੇ ਦਾ ਜਿਹੜਾ ਮਿਸ਼ਨ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੋ ਗਿਆ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਹੀਂ ਤਹਿ ਠਾਉ। ਇਹ ਸੁਪਨਾ ਹੁਣ ਇਕੱਲੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਹੀਂ, ਇਹ ਸੁਪਨਾ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੇ ਮਹਾਂਪੁਰਖਾਂ ਨੇ ਸਾਰਿਆਂ ਦਾ ਸੰਕਲਪ ਬਣ ਗਿਆ ਹੈ। ਔਰ ਇੱਥੇ ਹੀ ਬਸ ਨਹੀਂ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਨੇ, ਸਿਰ ਝੁਕਾਉਂਦੇ ਨੇ, ਮੰਨਦੇ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਬੇਗਮਪੁਰਾ ਬਣਾਈਏ। ਬੇਗਮਪੁਰਾ ਕੋਈ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਬਣਾਉਣਾ ਹੈ।
ਬੇਗਮਪੁਰਾ ਆਖ ਰਿਹਾ ਹੈ ਕਿ ਇੱਥੇ ਸਾਰਿਆਂ ਨੂੰ ਰੋਟੀ ਕੱਪੜਾ ਮਕਾਨ ਮਿਲਣਾ ਚਾਹੀਦਾ, ਇੱਥੇ ਸਾਰੇ ਮਨੁੱਖ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਆਜ਼ਾਦ ਹੋਣੇ ਚਾਹੀਦੇ ਨੇ, ਕੋਈ ਟੈਕਸ ਨਹੀਂ ਲੱਗਣਾ ਚਾਹੀਦਾ, ਕੋਈ ਇਹਨਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ, ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਸਾਰੇ ਬਰਾਬਰ ਵਸਣੇ ਚਾਹੀਦੇ ਨੇ, ਇਹਨਾਂ ਦੇ ਵਿੱਚੋਂ ਬਿਮਾਰੀ ਖਤਮ ਹੋ ਜਾਵੇ, ਇਹਨਾਂ ਦੇ ਵਿੱਚੋਂ ਅਨਪੜ੍ਹਤਾ ਖਤਮ ਹੋ ਜਾਵੇ। ਇਹ ਬੇਗਮਪੁਰੇ ਦਾ ਮਿਸ਼ਨ ਹੈ। ਅਤੇ ਜਦੋਂ ਅਸੀਂ ਪੂਰਾ ਸ਼ਬਦ ਪੜ੍ਹਾਂਗੇ ਤਾਂ ਸਾਨੂੰ ਇੱਕ ਬੇਗਮਪੁਰੇ ਦੀ ਝਲਕ ਦਿਸੇਗੀ। ਅਤੇ ਉਹ ਜਿਹੜਾ ਬੇਗਮਪੁਰਾ ਅਸੀਂ ਵਸਾਉਣਾ ਜਿਉਂਦੇ ਜੀ, ਮਰਨ ਤੋਂ ਬਾਅਦ ਨਹੀਂ। ਮਰਨ ਤੋਂ ਬਾਅਦ ਤਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਔਰ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਇਸ ਗੱਲ ਦਾ ਖੰਡਨ ਕਰਦੇ ਨੇ। ਤੁਸੀਂ ਬਾਣੀ ਪੜ੍ਹੋ, ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਮੂਏ ਹੂਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਜੇ ਕੋਈ ਮੈਨੂੰ ਕਵੇ ਵੀ ਮੁਕਤ ਹੋ ਜਾ, ਮੈਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ, ਮੈਨੂੰ ਤਾਂ ਜਿਉਂਦੇ ਜੀ ਮੁਕਤੀ ਚਾਹੀਦੀ ਹੈ, ਕਿਉਂਕਿ ਨਰਕ ਤਾਂ ਮੈਂ ਜਿਉਂਦੇ ਜੀ ਭੋਗ ਰਿਹਾ, ਨਰਕ ਤਾਂ ਮੇਰੇ ਲੋਕ ਜਿਉਂਦੇ ਜੀ ਭੋਗ ਰਹੇ ਨੇ। ਇਹੀ ਗੱਲ ਸਤਿਗੁਰ ਬੇਣੀ ਜੀ ਮਹਾਰਾਜ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ। ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਮੁਕਤੀ ਕਿਹਨੇ ਪਾਈ ਆ, ਸਾਨੂੰ ਦੱਸ ਤਾਂ ਦਿਓ। ਇਸ ਕਰਕੇ ਜਿਹੜਾ ਬੇਗਮਪੁਰਾ ਹੈ ਇਹ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਵਸਾਉਣਾ ਹੈ। ਪਹਿਲਾਂ ਗੱਲ ਸਾਡੇ ਤੋਂ ਸ਼ੁਰੂ ਹੋਣੀ ਹੈ। ਇਹ ਅਧਿਆਤਮਕ ਤੌਰ 'ਤੇ ਸਾਨੂੰ ਅੰਦਰੋਂ ਬੇਗਮਪੁਰਾ ਬਣਾਉਣਾ ਚਾਹੀਦਾ। ਕੀ ਆ ਬੇਗਮਪੁਰਾ? ਇਹ ਪੂਰਾ ਸ਼ਬਦ ਪੜ੍ਹੇ ਤੇ ਪਤਾ ਲੱਗੇਗਾ, ਪਰ ਇਹ ਜਿਉਂਦੇ ਜੀ ਵਸਾਉਣਾ। ਹੁਣ ਸਮਝਿਓ ਸੱਚਖੰਡ ਕੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਦੀ ਗੱਲ ਕੀਤੀ ਹੈ। ਸੱਚਖੰਡ ਵਸੈ ਨਿਰੰਕਾਰ। ਅਸੀਂ ਜਦੋਂ ਇਸ ਨੂੰ ਪੜ੍ਹਦੇ ਹਾਂ ਜਪ ਬਾਣੀ ਦੇ ਵਿੱਚ ਤਾਂ ਅਸੀਂ ਦੇਖਣ ਲੱਗ ਜਾਂਦੇ ਹਾਂ, ਪਹਿਲਾਂ ਸੱਚਖੰਡ ਲੱਭਦੇ ਹਾਂ, ਫਿਰ ਉਹਦੇ ਵਿੱਚ ਨਿਰੰਕਾਰ ਲੱਭਣ ਚਲੇ ਜਾਂਦੇ ਹਾਂ। ਸੱਚਖੰਡ ਲੱਭਣ ਦੀ ਲੋੜ ਨਹੀਂ, ਨਿਰੰਕਾਰ ਲੱਭੋ। ਗੁਰਬਾਣੀ ਦਾ ਫੈਸਲਾ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਉਹ ਜਿਹੜਾ ਅਕਾਲ ਪੁਰਖ ਹੈ, ਰੱਬ ਹੈ, ਨਿਰੰਕਾਰ ਦੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਗੱਲ ਕਰ ਰਹੇ ਨੇ, ਉਹ ਪੂਰੀ ਕਾਇਨਾਤ ਵਿੱਚ ਵਸ ਰਿਹਾ ਅਤੇ ਕਾਇਨਾਤ ਵਿੱਚ ਅਸੀਂ ਵੀ ਆ ਰਹੇ ਹਾਂ, ਸਾਡੇ ਵਿੱਚ ਵੀ ਵਸ ਰਿਹਾ। ਇਸ ਕਰਕੇ ਜਦੋਂ ਨਿਰੰਕਾਰ ਲੱਭ ਗਿਆ ਤਾਂ ਸੱਚਖੰਡ ਐਟੋਮੈਟਿਕ ਹੀ ਪਤਾ ਲੱਗ ਜਾਏਗਾ। ਜਿੱਥੇ ਨਿਰੰਕਾਰ ਵਸਦਾ ਉੱਥੇ ਹੀ ਸੱਚਖੰਡ ਹੈ। ਇਹਦਾ ਮਤਲਬ ਸਾਡੀ ਸੁਰਤ ਦੇ ਵਿੱਚ ਜਿਸ ਦਿਨ ਨਿਰੰਕਾਰ ਗੁਰ ਪਰਮੇਸ਼ਰ ਇੱਕੋ ਜਾਣ ਨੂੰ ਜਦੋਂ ਤੁਸੀਂ ਹਿਰਦੇ ਵਿੱਚ ਵਸਾ ਲਿਆ ਕਿ ਗੁਰੂ ਅਤੇ ਰੱਬ ਸਾਡੇ ਲਈ ਇੱਕ ਹੈ, ਗੁਰੂ ਦਾ ਗਿਆਨ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਅਤੇ ਰੱਬ ਸਾਡੇ ਲਈ ਇੱਕੋ ਹੈ। ਗੁਰ ਪਰਮੇਸ਼ਰ ਇੱਕੋ ਜਾਣ, ਭਾਵ ਗੁਰੂ ਹੀ ਪਰਮੇਸ਼ਰ ਹੈ, ਪਰਮੇਸ਼ਰ ਹੀ ਗੁਰੂ ਹੈ। ਇਸ ਲਈ ਸਾਨੂੰ ਗੁਰੂ ਦਾ ਗਿਆਨ ਆਪਣੇ ਹਿਰਦੇ ਵਿੱਚ ਵਸਾ ਲੈਣਾ ਚਾਹੀਦਾ ਹੈ, ਆਪਣੀ ਸੁਰਤ ਵਿੱਚ ਵਸਾ ਲੈਣਾ ਚਾਹੀਦਾ ਹੈ। ਜਦੋਂ ਸਾਡੀ ਸੁਰਤ ਦੇ ਵਿੱਚ ਗੁਰੂ ਦਾ ਗਿਆਨ ਵਸ ਗਿਆ, ਭਾਵ ਨਿਰੰਕਾਰ ਵਸ ਗਿਆ, ਜਦੋਂ ਸਾਡੀ ਸੁਰਤ ਦੇ ਵਿੱਚ ਨਿਰੰਕਾਰ ਵਸ ਗਿਆ, ਸਾਡਾ ਸਰੀਰ ਕੀ ਹੈ? ਸੱਚਖੰਡ। ਸੱਚਖੰਡ ਵਸੈ ਨਿਰੰਕਾਰ ਦੇ ਹੁਣ ਇਸ ਤਰ੍ਹਾਂ ਅਰਥ ਕਰੋ, ਵਸੈ ਨਿਰੰਕਾਰ। ਜਦੋਂ ਸਾਡੀ ਸੋਚ ਵਿੱਚ ਨਿਰੰਕਾਰ ਵਸਦਾ ਹੈ, ਸੱਚਖੰਡ, ਸਰੀਰ ਸਾਡਾ ਸੱਚਖੰਡ ਬਣ ਜਾਂਦਾ ਹੈ। ਇਹ ਮਰਨ ਤੋਂ ਬਾਅਦ ਨਹੀਂ ਸੱਚਖੰਡ ਲੱਭਣਾ, ਮਰਨ ਤੋਂ ਬਾਅਦ ਨਹੀਂ ਅਸੀਂ ਕਿਸੇ ਸੱਚਖੰਡ ਵਿੱਚ ਜਾਣਾ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਉਂਦੇ ਜੀ ਸੱਚਖੰਡ ਹੈ। ਸਾਧ ਸੰਗਤ, ਸਾਧ ਭਾਵ ਗੁਰੂ, ਗੁਰੂ ਦੀ ਸੰਗਤ, ਗੁਰੂ ਦਾ ਗਿਆਨ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ, ਉਹਦੇ ਮੁਤਾਬਕ ਚੱਲਣਾ ਹੀ ਸਾਡੇ ਲਈ ਸੱਚਖੰਡ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਬੇਗਮਪੁਰੇ ਦਾ ਕੰਸੈਪਟ ਕਲੀਅਰ ਹੋ ਗਿਆ ਕਿ ਅਸੀਂ ਜਿਉਂਦੇ ਜੀ ਵਸਾਉਣਾ। ਸੱਚਖੰਡ ਦਾ ਕੰਸੈਪਟ ਕਲੀਅਰ ਹੋ ਗਿਆ ਵੀ ਅਸੀਂ ਸੱਚਖੰਡ ਜਿਉਂਦੇ ਜੀ ਬਣਾਉਣਾ ਹੈ। ਸੱਚਖੰਡ ਦੇ ਵਿੱਚ ਕੋਈ ਝੂਠ ਨਹੀਂ ਹੋਏਗਾ, ਕੋਈ ਠੱਗੀ ਨਹੀਂ ਹੋਏਗੀ, ਕੋਈ ਭੇਦਭਾਵ ਨਹੀਂ ਹੋਏਗਾ, ਕੋਈ ਜਾਤਾਂ ਦਾ ਵਿਤਕਰਾ ਨਹੀਂ ਹੋਏਗਾ, ਕੋਈ ਗਰੀਬ ਨਹੀਂ ਹੋਏਗਾ, ਕੋਈ ਅਨਪੜ੍ਹਤਾ ਨਾਲ ਨਹੀਂ ਮਰੇਗਾ, ਕੋਈ ਗਰੀਬੀ ਦੀ ਦਲਦਲ ਵਿੱਚ ਨਹੀਂ ਧਸਿਆ ਹੋਏਗਾ। ਇਹੀ ਬੇਗਮਪੁਰੇ ਦਾ ਮਿਸ਼ਨ ਆ, ਇਹੀ ਸੱਚਖੰਡ ਦਾ ਮਿਸ਼ਨ ਆ। ਹੁਣ ਭਾਈ ਸਮਝਿਓ ਤੁਸੀਂ ਇਸ ਗੱਲ ਨੂੰ ਕਿ ਡਾਕਟਰ ਅੰਬੇਦਕਰ ਸਾਹਿਬ ਜੀ ਕਹਿੰਦੇ ਸੀ ਮੈਂ ਪ੍ਰਬੁੱਧ ਭਾਰਤ ਬਣਾਉਣਾ ਚਾਹੁੰਦਾ। ਪ੍ਰਬੁੱਧ ਦਾ ਮਤਲਬ ਹੈ ਐਸੇ ਭਾਰਤ ਦਾ ਨਿਰਮਾਣ ਕਰਨਾ ਚਾਹੁੰਦਾ ਜਿਹਦੇ ਵਿੱਚ ਬੁੱਧੀਮਾਨ ਲੋਕ ਹੋਣ, ਜਿਹਦੇ ਵਿੱਚ ਬਿਲਕੁਲ ਗਰੀਬੀ ਖਤਮ ਹੋਵੇ, ਜਿਹਦੇ ਵਿੱਚ ਅਨਪੜ੍ਹਤਾ ਖਤਮ ਹੋਵੇ, ਜਿਹਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਇਹ ਬਿਲਕੁਲ ਖਤਮ ਹੋਣ, ਸਾਡੇ ਲੋਕ ਤੰਦਰੁਸਤ ਵਸਣ। ਭਾਵ ਬੇਗਮਪੁਰੇ ਨੂੰ ਹੀ ਡਾਕਟਰ ਅੰਬੇਦਕਰ ਸਾਹਿਬ ਜੀ ਪ੍ਰਬੁੱਧ ਭਾਰਤ ਕਹਿ ਰਹੇ ਨੇ। ਸੱਚਖੰਡ ਨੂੰ ਹੀ ਡਾਕਟਰ ਅੰਬੇਦਕਰ ਸਾਹਿਬ ਜੀ ਪ੍ਰਬੁੱਧ ਭਾਰਤ ਕਹਿ ਰਹੇ ਨੇ। ਬੁੱਧ ਦਾ ਮਤਲਬ ਅਕਲ ਹੁੰਦੀ ਹੈ,
ਅਸੀਂ ਕਿਸੇ ਸਰੀਰ ਵੱਲ ਚਲੇ ਜਾਂਦੇ ਹਾਂ ਕਿ ਸ਼ਾਇਦ ਕੋਈ ਇਹ ਬੁੱਧ ਸਰੀਰ ਦਾ ਨਾਮ ਹੈ, ਭਾਵੇਂ ਕਿ ਤਥਾਗਤ ਬੁੱਧ ਜੀ ਜਿਨ੍ਹਾਂ ਨੂੰ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਆਪਣਾ ਗੁਰੂ ਆਖਿਆ, ਉਹ ਸਰੀਰਕ ਤੌਰ 'ਤੇ ਸੀ, ਪਰ ਅੱਜ ਉਹ ਸਰੀਰਕ ਤੌਰ 'ਤੇ ਨਹੀਂ, ਅੱਜ ਉਹ ਗੁਣਾਂ ਦੇ ਤੌਰ 'ਤੇ ਨੇ। ਇਸ ਕਰਕੇ ਸਾਡੀ ਬੁੱਧੀ ਹੀ ਸਾਡੇ ਲਈ ਬੁੱਧ ਹੈ। ਅਸੀਂ ਜਿਹੜਾ ਪ੍ਰਬੁੱਧ ਭਾਰਤ ਬਣਾਉਣਾ ਉਹ ਬੇਗਮਪੁਰਾ ਹੀ ਹੈ, ਉਹ ਸੱਚਖੰਡ ਹੀ ਹੈ। ਉਹ ਪ੍ਰਬੁੱਧ ਭਾਰਤ ਨੂੰ ਡਾਕਟਰ ਅੰਬੇਦਕਰ ਸਾਹਿਬ ਜੀ ਬਣਾਉਣਾ ਚਾਹੁੰਦੇ ਨੇ। ਇਹ ਤਾਂ ਪੂਰੀ ਦੁਨੀਆ ਬਣਨੀ ਚਾਹੀਦੀ ਹੈ। ਡਾਕਟਰ ਅੰਬੇਦਕਰ ਕਹਿੰਦੇ ਸਿੱਖਿਅਤ ਹੋਵੋ, ਵੱਧ ਤੋਂ ਵੱਧ ਐਜੂਕੇਸ਼ਨ, ਵੱਧ ਤੋਂ ਵੱਧ ਪੜ੍ਹਾਈ ਕਰੋ। ਡਾਕਟਰ ਅੰਬੇਦਕਰ ਸਾਹਿਬ ਜੀ ਇਹ ਗੱਲ ਆਖਦੇ ਨੇ ਕਿ ਆਪਣੀ ਗਰੀਬੀ ਖੁਦ ਖਤਮ ਕਰੋ, ਆਪਣੇ ਚਾਨਣ ਮੁਰਾਰੇ ਆਪ ਬਣੋ, ਆਪ ਦੀਪੋ ਭਵੋ। ਜਿਵੇਂ ਤਥਾਗਤ ਬੁੱਧ ਜੀ ਨੇ ਆਖਿਆ, ਗੁਰੂ ਨਾਨਕ ਮਹਾਰਾਜ ਵੀ ਇਹੀ ਗੱਲ ਕਹਿ ਰਹੇ ਨੇ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਇਸ ਕਰਕੇ ਜੋ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ ਵੀ ਬੇਗਮਪੁਰਾ ਬਣਨਾ ਚਾਹੀਦਾ, ਉਹੀ ਗੱਲ ਹੈ ਕਿ ਪ੍ਰਬੁੱਧ ਭਾਰਤ ਵੀ ਇਹੀ ਚੀਜ਼ ਹੈ, ਉਹੀ ਗੱਲ ਹੈ ਕਿ ਸੱਚਖੰਡ ਵੀ ਇਹੀ ਚੀਜ਼ ਹੈ। ਪਰ ਅਸੀਂ ਆਪਸ ਦੇ ਵਿੱਚ ਨਾ ਝਗੜੀਏ ਇਸ ਵਿਸ਼ੇ 'ਤੇ, ਅਸੀਂ ਸਮਝਿਆ ਕਰੀਏ, ਕਿਉਂਕਿ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਮਿਸ਼ਨ ਹੈ ਨਾ, ਉਹ ਸਾਡੇ ਪੁਰਖਿਆਂ ਦਾ ਮਿਸ਼ਨ ਹੈ। ਤੁਸੀਂ ਭਾਰਤੀ ਸੰਵਿਧਾਨ ਪੜ੍ਹੋ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀ ਆ ਨਾ, ਉਹ ਭਾਰਤੀ ਸੰਵਿਧਾਨ ਨੂੰ ਜ਼ਰੂਰ ਪੜ੍ਹ ਲਿਓ। ਉਹ ਭਾਰਤੀ ਸੰਵਿਧਾਨ ਦੇ ਵਿੱਚ ਜਿੰਨੇ ਵੀ ਆਰਟੀਕਲ ਨੇ, ਧਾਰਾਵਾਂ ਨੇ, ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਨਜ਼ਰ ਆਉਣਗੀਆਂ। ਕਿਉਂਕਿ ਕਬੀਰ ਸਾਹਿਬ ਵੀ ਇਹੀ ਕਰਨਾ ਚਾਹੁੰਦੇ ਸੀ, ਗੁਰੂ ਨਾਮਦੇਵ ਜੀ ਵੀ ਇਹੀ ਕਰਨਾ ਚਾਹੁੰਦੇ ਸੀ, ਗੁਰੂ ਨਾਨਕ ਵੀ ਇਹੀ ਕਰਨਾ ਚਾਹੁੰਦੇ ਸੀ। ਤੁਸੀਂ ਇੱਕ ਗੱਲ ਤੋਂ ਡਾਕਟਰ ਅੰਬੇਦਕਰ ਸਾਹਿਬ ਜੀ ਨੂੰ ਸਮਝਿਆ ਕਰੋ, ਜਿਹੜੀ ਮਨੂ ਸਿਮਰਤੀ ਨੂੰ ਸਾਡੇ ਸਤਿਗੁਰੂ ਸਾਹਿਬਾਨ ਖਤਮ ਕਰਨਾ ਚਾਹੁੰਦੇ ਸੀ, ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲਹਿ ਆਈ, ਓਏ ਉਸ ਵੇਦ ਦੀ ਪੁੱਤਰੀ ਨੂੰ, ਵੇਦਾਂ ਦੇ ਵਿੱਚੋਂ ਨਿਕਲੀ ਵਿਚਾਰਧਾਰਾ ਜਿਹੜੀ ਮਨੂ ਸਿਮਰਤੀ ਸੀ, ਮਨੂ ਬ੍ਰਾਹਮਣ ਦੁਆਰਾ ਲਿਖੀ ਗਈ ਸੀ, ਉਹਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਅੱਗ ਲਾ ਕੇ ਸਾੜਿਆ। ਇਸ ਕਰਕੇ ਸਾਡੇ ਅੰਦਰ ਕੋਈ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਪ੍ਰਬੁੱਧ ਭਾਰਤ ਹੋਰ ਹੈ, ਬੇਗਮਪੁਰਾ ਹੋਰ ਹੈ, ਸੱਚਖੰਡ ਹੋਰ ਹੈ। ਉਹ ਡਾਕਟਰ ਅੰਬੇਦਕਰ, ਗੁਰੂ ਰਵਿਦਾਸ, ਗੁਰੂ ਨਾਨਕ, ਗੁਰੂ ਕਬੀਰ, ਭਗਵਾਨ ਬੁੱਧ, ਇਹਨਾਂ ਸਾਰਿਆਂ ਦੀ ਵਿਚਾਰਧਾਰਾ ਇੱਕ ਹੈ। ਜਿਵੇਂ ਸਿੱਖਾਂ ਦੇ ਵਿੱਚ ਸਾਡੇ ਸਤਿਗੁਰਾਂ ਦਾ ਬ੍ਰਾਹਮਣੀਕਰਨ ਹੋ ਚੁੱਕਿਆ ਹੈ, ਇਸ ਤਰ੍ਹਾਂ ਤਥਾਗਤ ਬੁੱਧ ਦੇ ਵਿੱਚ ਵੀ ਬ੍ਰਾਹਮਣੀਕਰਨ ਹੋਇਆ ਹੈ। ਇਹ ਸਾਨੂੰ ਸਮਝਣਾ ਪੈਣਾ। ਜਿੰਨੀ ਪੜ੍ਹਾਈ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਕੀਤੀ ਹੈ, ਉਨੀ ਪੜ੍ਹਾਈ ਜੇਕਰ ਅਸੀਂ ਕਰ ਲਵਾਂਗੇ, ਸਾਨੂੰ ਸਾਰੀ ਕੁੰਡੀ ਦਾ ਪਤਾ ਲੱਗ ਜਾਏਗਾ, ਸੱਚ ਸਾਡੇ ਸਾਹਮਣੇ ਆ ਜਾਏਗਾ। ਇਸ ਕਰਕੇ ਕੋਈ ਪ੍ਰਬੁੱਧ ਭਾਰਤ ਬਣਾਉਣਾ ਚਾਹੁੰਦਾ, ਉਹ ਵੀ ਬੇਗਮਪੁਰਾ ਹੈ। ਕੋਈ ਬੇਗਮਪੁਰਾ ਬਣਾਉਣਾ ਚਾਹੁੰਦਾ, ਉਹ ਵੀ ਸੱਚਖੰਡ ਹੈ। ਕੋਈ ਸੱਚਖੰਡ ਬਣਾਉਣਾ ਚਾਹੁੰਦਾ, ਉਹ ਵੀ ਪ੍ਰਬੁੱਧ ਭਾਰਤ ਅਤੇ ਬੇਗਮਪੁਰਾ ਹੈ। ਇਹ ਮਰਨ ਤੋਂ ਬਾਅਦ ਨਹੀਂ ਬਣਾਉਣੇ, ਇਹ ਜਿਉਂਦੇ ਜੀ ਬਣਾਉਣੇ ਨੇ। ਜਿਹੜੇ ਇਹ ਆਸ ਲਾਈ ਬੈਠੇ ਨੇ ਕਿ ਬੇਗਮਪੁਰਾ ਮਰਨ ਤੋਂ ਬਾਅਦ ਜਾਵਾਂਗੇ, ਬੇਗਮਪੁਰੇ ਦੇ ਵਿੱਚ, ਸੱਚਖੰਡ ਦੇ ਵਿੱਚ, ਪ੍ਰਬੁੱਧ ਭਾਰਤ ਦੇ ਵਿੱਚ ਮਰਨ ਤੋਂ ਬਾਅਦ ਜਾਵਾਂਗੇ, ਤਾਂ ਉਹ ਇੱਕ ਗੱਲ ਸੋਚ ਲੈਣ ਕਿ ਤੁਸੀਂ ਇੱਥੇ ਨਰਕ ਦਾ ਜੀਵਨ ਬਤੀਤ ਕਰ ਰਹੇ ਹੋ। ਬੱਚਿਆਂ ਨੂੰ ਤੁਹਾਡੇ ਨੌਕਰੀਆਂ ਨਹੀਂ ਮਿਲ ਰਹੀਆਂ, ਰੁਜ਼ਗਾਰ ਨਹੀਂ ਮਿਲ ਰਹੇ, ਤੁਸੀਂ ਬਿਮਾਰੀ ਦੇ ਵਿੱਚ ਮਰ ਰਹੇ ਹੋ, ਅਨਪੜ੍ਹਤਾ ਦੇ ਵਿੱਚ ਮਰ ਰਹੇ ਹੋ, ਗਰੀਬੀ ਦੇ ਵਿੱਚ ਮਰ ਰਹੇ ਹੋ, ਤੁਹਾਡੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ। ਅੱਜ ਵੀ ਤੁਹਾਨੂੰ ਟਕੇ ਦੇ ਬਰਾਬਰ ਮੰਨਿਆ ਜਾਂਦਾ। ਜੇ ਤੁਸੀਂ ਇੱਥੇ ਨਰਕ ਭੋਗ ਕੇ ਗਏ ਤਾਂ ਇਹ ਮਤ ਸਮਝੋ ਕਿ ਮਰਨ ਤੋਂ ਬਾਅਦ ਅਸੀਂ ਪ੍ਰਬੁੱਧ ਭਾਰਤ ਜਾਂ ਬੇਗਮਪੁਰਾ ਜਾਂ ਸੱਚਖੰਡ ਜਾਵਾਂਗੇ। ਗੁਰੂ ਸਾਹਿਬ ਮਰਨ ਤੋਂ ਬਾਅਦ ਕਿਸੇ ਸੱਚਖੰਡ ਦੀ ਗੱਲ ਨਹੀਂ ਕਰਦੇ, ਮਰਨ ਤੋਂ ਬਾਅਦ ਕਿਸੇ ਬੇਗਮਪੁਰੇ ਜਾਂ ਕਿਸੇ ਪ੍ਰਬੁੱਧ ਭਾਰਤ ਦੀ ਡਾਕਟਰ ਅੰਬੇਦਕਰ ਗੱਲ ਨਹੀਂ ਕਰਦੇ। ਗੱਲ ਕਰਦੇ ਨੇ ਤਾਂ ਜਿਉਂਦੇ ਜੀ ਦੀ ਗੱਲ ਕਰਦੇ ਨੇ। ਆਓ ਆਪਾਂ ਸਮਝੀਏ ਕਿ ਪ੍ਰਬੁੱਧ ਭਾਰਤ ਕੀ ਹੈ, ਬੇਗਮਪੁਰਾ ਕੀ ਹੈ ਔਰ ਸੱਚਖੰਡ ਕੀ ਹੈ। ਇਹ ਤਦ ਹੀ ਪਤਾ ਲੱਗੇਗਾ ਜੇਕਰ ਅਸੀਂ ਆਪਣੇ ਰਹਿਬਰਾਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਾਂਗੇ, ਸਮਝਾਂਗੇ, ਵਿਚਾਰਾਂਗੇ, ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਵਾਂਗੇ। ਜੈ ਭੀਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।